ਵਾਹਿਗੁਰੂ ਸਾਹਿਬ ਜੀਓ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮੇਰ ਪਾਵੋ, ਡੁੱਬਦੇ ਪੱਥਰ ਤਾਰੇ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੁਖ ਨਾਮ ਹਰ ਸੋਭਾ। ਚਿੰਤਾ ਲਾਹੇ ਹਮਾਰੀ, ਅਵਰ ਨਾ ਸੂਝੈ ਦੂਜੀ ਠਾਰ। ਹਾਰ ਭਰਿਓ ਤਉ ਦੁਆਰੀ, ਲੇਖਾ ਛੋੜ ਅਲੇਖੈ ਛੂਟ ਹੈ। ਹਮ ਨਿਰਗੁਣ ਲਿਹੋ ਉਬਾਰੀ, ਸਤਿਬਖਸ਼ਿੰਦ ਸਦਾ ਮਿਹਰਵਾਨਾ। ਸਭਨਾ ਦੇ ਆਧਾਰੀ, ਨਾਨਕ ਦਾਸ ਸੰਤ ਪਾਛੈ ਪਰਿਓ। ਰਾਖ ਲਿਹੋ ਇਹੋ ਬਾਰੀ, ਨਾਨਕ ਦਾਸ ਸੰਤ ਪਾਛੈ ਪਰਿਓ। ਰਾਖ ਲਿਹੋ ਇਹੋ ਬਾਰੀ। ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸਮਾਈ ਭਾਈ ਖੰਡਾਂ ਬ੍ਰਹਮੰਡਾਂ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਈਏ। ਹੱਥ ਜੋੜ ਕੇ ਫਤਿਹ ਦਾ ਸਿਮਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਮਹਾਰਾਜ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਕਲਯੁਗ ਦੇ ਭਿਆਨਕ ਸਮੇਂ ਦੇ ਅੰਦਰ ਸਿਵ ਸਲਾਹ ਦੀਆਂ, ਸਤ ਸੰਗਤ ਦੀਆਂ ਸੁਭਾਗ ਘੜੀਆਂ ਪ੍ਰਾਪਤ ਹੋ ਰਹੀਆਂ ਨੇ। ਦਾਸ ਤੋਂ ਪਹਿਲਾਂ ਆਪ ਜੀਆਂ ਨੇ ਭਾਈ ਜਸਵੰਤ ਸਿੰਘ ਜੀ ਪਾਸੋਂ ਰੱਬੀ ਬਾਣੀ ਦੇ ਕੀਰਤਨ ਗੁਰਮਤਿ ਵਿਚਾਰਾਂ ਸਰਵਣ ਕੀਤੀਆਂ ਹਨ। ਜੋ ਬਾਕੀ ਸਮਾਂ ਹੈ ਉਸ ਨੂੰ ਵੀ ਸਫਲ ਕਰਨ ਵਾਸਤੇ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰ ਸ਼ਬਦ ਨਾਲ ਜੁੜੀਏ। ਪਿਛਲੇ ਦੀਵਾਨ 'ਤੇ ਦਾਸ ਨੇ ਬੇਨਤੀ ਕੀਤੀ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਜਿੱਥੇ ਅਨੇਕ ਬਖਸ਼ਾਂ ਹਨ, ਅਨੇਕ ਉਪਦੇਸ਼ ਹੈ, ਜੋ ਹਰ ਜੀਵ ਨੂੰ ਇਸ ਭਵਜਲ ਤੋਂ ਤਾਰਨਹਾਰਾ ਹੈ। ਉੱਥੇ ਸਤਿਗੁਰ ਸੱਚੇ ਪਾਤਸ਼ਾਹ ਇੱਕ ਜਗ੍ਹਾ ਫਰਮਾਨ ਕਰਦੇ ਹਨ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੁਖ ਨਾਮ ਹਰ ਸੋਭਾ। ਚਿੰਤਾ ਲਾਹੇ ਹਮਾਰੀ। ਇੱਕ ਸਾਡੀ ਅਰਦਾਸ ਹੈ ਤੇ ਇਹ ਬੇਨਤੀ ਕੀਤੀ ਗਈ ਕਿ ਸਤਿਗੁਰ ਦੀ ਸ਼ਰਨ ਵਿੱਚ ਕਿਵੇਂ ਆਉਣਾ। ਜਿੱਥੇ ਤਨ ਕਰਕੇ ਹਾਜ਼ਰੀ,
ਉੱਥੇ ਮਨ ਕਰਕੇ ਵੀ ਹਾਜ਼ਰੀ ਜ਼ਰੂਰੀ ਹੁੰਦੀ ਹੈ। ਗੁਰਸਿੱਖ ਜਿੱਥੇ ਵੀ ਬੈਠਾ, ਚਾਹੇ ਗੁਰਦੁਆਰਾ ਸਾਹਿਬ ਦੇ ਅੰਦਰ ਬੈਠਾ ਹੈ, ਦੇਸ਼ ਵਿੱਚ ਹੈ, ਵਿਦੇਸ਼ ਵਿੱਚ ਹੈ, ਖੇਤਾਂ ਵਿੱਚ ਕੰਮ ਕਰ ਰਿਹਾ ਹੈ, ਦੁਕਾਨ 'ਤੇ ਬੈਠਾ ਹੈ, ਸਰਵਿਸ ਕਰ ਰਿਹਾ ਹੈ, ਬਿਜ਼ਨਸ ਕਰ ਰਿਹਾ ਹੈ, ਮਜ਼ਦੂਰੀ ਕਰ ਰਿਹਾ ਹੈ, ਜਿਸ ਦੀ ਸੁਰਤ ਸ਼ਬਦ ਨਾਲ ਜੁੜੀ ਹੋਈ ਹੈ, ਉਹ ਸਦਾ ਹੀ ਸਤਿਗੁਰ ਦੀ ਸ਼ਰਨ ਵਿੱਚ ਹੈ, ਸਤਿਗੁਰ ਦੀ ਗੋਦ ਵਿੱਚ ਹੈ। ਅਤੇ ਜਿਹੜੇ ਸਤਿਗੁਰ ਦੀ ਸ਼ਰਨ ਵਿੱਚ ਆ ਗਏ, ਜਿਨ੍ਹਾਂ ਨੇ ਆਪਣਾ ਆਪ ਸਰੈਂਡਰ ਕਰ ਦਿੱਤਾ, ਅਤੇ ਇੱਥੋਂ ਕਿੰਨੀਆਂ ਬਖਸ਼ਾਂ ਹੁੰਦੀਆਂ ਨੇ, ਕਿਉਂਕਿ ਇਹ ਐਸਾ ਦਰ ਹੈ, ਸਤਿਗੁਰ ਜੇ ਵਡ ਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸੁਭਾਇਆ। ਸਭ ਤੋਂ ਵੱਡਾ ਦਰ ਸਤਿਗੁਰੂ ਦਾ ਹੈ। ਸਤਿਗੁਰੂ ਦਾ ਦਰ ਪਰਮੇਸ਼ਰ ਦਾ ਦਰ ਹੈ, ਅਤੇ ਜਿਹੜਾ ਸਤਿਗੁਰ ਦੀ ਸ਼ਰਨ ਵਿੱਚ ਆ ਗਿਆ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਉਹਨਾਂ ਨੂੰ ਅਬਨਾਸੀ ਸੁੱਖ ਪ੍ਰਾਪਤ ਹੋ ਜਾਂਦਾ ਹੈ। ਉਹਨਾਂ ਦੀ ਸ਼ੋਭਾ ਇਸ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਹੁੰਦੀ ਹੈ, ਔਰ ਉਹਨਾਂ ਦੀਆਂ ਸਾਰੀਆਂ ਚਿੰਤਾ, ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਜਿਸ ਹਿਰਦੇ ਦੇ ਵਿੱਚ ਉਸ ਨਾਮ ਦਾ ਨਿਵਾਸ ਹੋ ਜਾਂਦਾ ਹੈ, ਅਤੇ ਮੇਰੇ ਸਾਹਿਬ ਕਹਿੰਦੇ ਨੇ, ਧੁਰ ਕੀ ਬਾਣੀ ਆਈ, ਕਿੱਥੇ ਆਈ? ਜਿਸ ਹਿਰਦੇ ਵਿੱਚ ਨਾਮ ਦਾ, ਬਾਣੀ ਦਾ ਵਾਸਾ ਹੋ ਗਿਆ, ਤਿਨ ਸਗਲੀ ਚਿੰਤ ਮਿਟਾਈ। ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਇਹ ਬੇਨਤੀ ਪਿਛਲੀ ਵਾਰ ਕੀਤੀ ਗਈ। ਸਾਹਿਬ ਅੱਗੇ ਫਰਮਾਨ ਕਰਦੇ ਨੇ, ਅਵਰ ਨਾ ਸੂਝੈ ਦੂਜੀ ਠਾਹਰ, ਹਾਰ ਭਰਿਓ ਤਉ ਦੁਆਰੀ। ਹੁਣ ਇੱਕ ਦਾ ਆਸਰਾ ਲੈ ਲਿਆ, ਸਾਰੇ ਪਾਸਿਆਂ ਤੋਂ ਨਿਆਸਰਾ ਹੋ ਕੇ ਇੱਕ ਦੀ ਸ਼ਰਨ ਵਿੱਚ ਆ ਗਿਆ, ਸਾਰੇ ਆਸਰੇ ਛੱਡ ਦਿੱਤੇ, ਇੱਕ ਦਾ ਆਸਰਾ ਤੱਕ ਲਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਗੁਰਸਿੱਖ ਨੂੰ ਇੱਕ ਨਾਲ ਜੋੜਿਆ। ਦਸਮ ਪਾਤਸ਼ਾਹ ਮਹਾਰਾਜ ਦਾ ਹੁਕਮ ਹੈ, ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ। ਭਗਤਾਂ ਕੀ ਟੇਕ ਤੂੰ, ਸੰਤਾਂ ਕੀ ਓਟ, ਤੂੰ ਸੱਚਾ ਸਿਰਜਣਹਾਰਾ। ਦੁਨੀਆ ਦੇ ਅੰਦਰ ਹਰ ਇੱਕ ਨੇ ਕੋਈ ਨਾ ਕੋਈ ਆਪਣਾ ਆਸਰਾ ਬਣਾਇਆ, ਪਰ ਜਿਹੜੇ ਦੁਨਿਆਵੀ ਆਸਰੇ ਹਨ, ਇਹ ਸਮੇਂ-ਸਮੇਂ 'ਤੇ ਆ ਕੇ ਟੁੱਟ ਜਾਂਦੇ ਹੈ। ਤਾਂ ਹੀ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ, ਤਾਂ ਕਿ ਇਹ ਜਿਹੜੇ ਮਨੁੱਖ ਨੇ ਆਸਰੇ ਤੱਕੇ ਨੇ ਨਾ, ਇਹਨੂੰ ਸਮਝ ਆ ਜਾਵੇ। ਪ੍ਰੀਤਮ ਜਾਣ ਲਿਓ ਮਨ ਮਾਹੀ, ਆਪਣੇ ਸੁਖ ਸਿਓ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ। ਮਾਰੇ ਕਹਿੰਦੇ, ਤੂੰ ਸਮਝਣਾ ਇਹ ਮੇਰੇ ਨੇ, ਇਹ ਔਖੇ ਵਾਲੇ ਸਾਥ ਦੇਣਗੇ, ਇਹ ਆਪਣੇ ਹਿੱਤ ਦੇ ਬੱਝੇ ਹੋਏ ਨੇ, ਕੋਈ ਕਿਸੇ ਦਾ ਨਹੀਂ। ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੁੰਦ ਘੇਰੈ, ਬਿਪਤ ਪਰੀ ਸਭ ਹੀ ਸੰਗ ਛਾੜਤ, ਕੋ ਨਾ ਆਵਤ ਨੇਰੈ। ਜਦੋਂ ਸੁਖ ਹੈ, ਸੁਖ ਮੈਂ ਆਨ ਬਹੁਤ ਮਿਲ ਬੈਠਤ। ਜਿਹੜੇ ਨਹੀਂ ਵੀ ਜਾਣਦੇ, ਉਹ ਵੀ ਕਹਿੰਦੇ ਸਾਡਾ ਹੈ, ਆਪਣਾ ਹੈ, ਪਰ ਜਦੋਂ ਦੁੱਖ ਮੰਨਦਾ, ਆਪਣੇ ਜਿਹੜੇ ਨੇ ਉਹ ਵੀ ਬਗਾਨੇ ਹੋ ਜਾਂਦੇ ਆ। ਪਿਆਰੇ, ਸੁਖ ਮੈਂ ਆਨ ਬਹੁਤ ਮਿਲ ਬੈਠਤ,
रहत चहुंद सकेरै, विपत परी सब ही संग को न आप तंदेरै। घर की नार बहुत हित जास्यो, सदा रहत संग लागी। जब ही हंस तजी एह काया, प्रेत प्रेत कर भागी। ए विद को व्यवहार बन्यो है, जास्यो निहो लगायो। अंत बार नानक बिन हर जी, को काम न आयो। जे कोई दुनियावी आसरा भी है तो अंत समय ये सारे आसरे खत्म हो जाते हैं। चाहे राजा होवे ते चाहे भिखारी होवे, अमीर होवे गरीब होवे, अंत समय गुरु परमेश्वर तो बगैर, नाम तो बगैर कोई इहदा आसरा नहीं। जे सारे दुनिया के आसरे एक पासे हैं, ਇਹਦੇ ਨਾਲ ਹਨ, ਇਹਨੇ ਗੁਰੂ ਪਰਮੇਸ਼ਰ ਦਾ ਆਸਰਾ ਨਹੀਂ ਲਿਆ ਤੇ ਸਾਰੇ ਆਸਰੇ ਹੁੰਦਿਆਂ ਵੀ ਨਿਆਸਰਾ ਹੈ। ਜਿਹਦਾ ਆਸਰਾ ਗੁਰੂ ਪਰਮੇਸ਼ਰ ਹੈ, ਚਾਹੇ ਸਾਰਾ ਸੰਸਾਰ ਉਹਦੇ ਉਲਟ ਹੋ ਜਾਵੇ, ਪਿਆਰਿਓ ਉਹਨੂੰ ਕੋਈ ਫਰਕ ਨਹੀਂ ਪਿਆ ਕਰਦਾ। ਉਹ ਸਾਰੇ ਆਸਿਆਂ ਵਾਲਾ ਹੈ। ਜਿਸ ਦਾ ਹੋਵੇ ਵੱਲ ਉਹ ਕਦੇ ਨਾ ਹਾਰਦਾ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ, अवर ना सूझै दूजी, ठार हार परियो तो द्वारे। एक दा आसरा तक लिया। हुण जिहड़े गुरमुख जन हन, गुरसिख हन, परमेश्वर दे प्यारे हन, उन्हां ने एक दा आसरा तक्या। ते जिन्हां ने एक दा आसरा तक्या प्यारिओ, उन्हां दा लोक भी बरलोक भी सहेला है। असी गुरबाणी पढ़ने, असी इतिहास पढ़ने, सतयुग के अंदर एक पासे हरनाकश है, एक पासे प्रहलाद है। प्रहलाद की उम्र बहुत छोटी है, ते जिहड़ा हरनाकश है ये बादशाह है, राजा है। ये बारे गुरु ग्रंथ साहिब महाराज के अंदर बचन आउंदा है कि जदों प्रहलाद पिता का क्या नहीं मनता, उस वेले प्रहलाद की माँ समझाउंदी है, बसदा बस कीनी सब राजे, बेनती करे पटरानी। पूत प्रहलाद कहा नहीं मानै, तिन तो और ठाने। बसदा कहंदे धरती नूं। प्रहलाद की माता कहंदी, बेटा प्रहलाद, तेरे पिता ने सारी धरती वस की। ਉਹਦਾ मतलब भी दूजे राजे का हुक्म ਮੰਨਦੇ ਆ, पानी भरते ਆ। ये मुल्तान का बादशाह सी हरनाकश, ते तू क्यों नहीं पिता का क्या ਮੰਨਦਾ? इन्ना वड्डा राज ते किन्नी ताकत है, पर एक पासे छोटी उम्र है प्रहलाद दी। पूत प्रहलाद कहा नहीं मानै, तिन तो और ठानी। प्रहलाद उम्र भावें छोटी है, पर आसरा एक परमेश्वर का वाहिगुरू तक है। दुनिया के अंदर बड़ियां बड़ियां लंबियां उम्रां वाले होए ने, जिन्हों ने बड़े बड़े साधन किए है, बड़े बड़े तप किए है, पुराना जाम करके अपनी उम्र बहुत लम्मी कर ली। पर मेरे सतगुर सच्चे पातशाह जी ने उन्हां दा जिक्र नहीं किया, उन्हां दी उदाहरण नहीं दिती। जे कह ते मेरे साहब कहंदे, राम जपो जी ऐसे ऐसे। उस परमेश्वर वाहिगुरू राम की जे बंदगी करनी है, वो राम जिहड़ा हर थां रमिया होया है। राम जपो जी ऐसे ऐसे, ध्रुव प्रहलाद जप्यो हर जैसे। जिवें उन्होंने जपिया, उन्होंने जवानी की ढीक नहीं की, बुढ़ेपे की ढीक नहीं की। प्रहलाद नूं आसरा एक दा सी,
ਪ੍ਰਹਿਲਾਦ ਨੂੰ ਬੜੀਆਂ ਸਜ਼ਾਵਾਂ ਦਿੱਤੀਆਂ ਗਈਆਂ। ਕਿਤੇ ਪਾਣੀ ਵਿੱਚ ਰੋੜਿਆ ਗਿਆ, ਕਿਤੇ ਸੱਪਾਂ ਦੀ ਕੋਠੀ ਵਿੱਚ ਬੰਦ ਕੀਤਾ ਗਿਆ, ਕਿਤੇ ਪ੍ਰਹਿਲਾਦ ਨੂੰ ਪਹਾੜ ਤੋਂ ਰੇੜਿਆ ਗਿਆ, ਅੱਗ ਵਿੱਚ ਸੁੱਟਿਆ ਗਿਆ, ਅਖੀਰ ਤੱਤੇ ਥੰਮ ਦੇ ਨਾਲ ਚਮੇੜੇ ਗਏ। ਪਰ ਪ੍ਰਹਿਲਾਦ ਦੀ ਹਰ ਥਾਂ ਰਾਖੀ ਹੋਈ ਹੈ ਪਿਆਰਿਓ, ਹਰ ਥਾਂ ਰਾਖੀ ਹੋਈ ਹੈ, ਕਿਉਂਕਿ ਇੱਕ ਦਾ ਆਸਰਾ ਤੱਕਿਆ। ਜਿੰਨਾ ਚਿਰ ਮਨੁੱਖ ਹੋਰ ਆਸਰੇ ਤੱਕਦਾ, ਇਹਦੀ ਜੀਨ ਵਿੱਚ ਹਾਰ ਔਰ ਆਸਰੇ ਹੁੰਦੇ ਵੀ ਨਿਆਸਰਾ ਹੋ ਜਾਂਦਾ। ਜਿਹਨੇ ਇੱਕ ਦਾ ਆਸਰਾ ਤੱਕਿਆ ਤੇ ਪਿਆਰਿਓ ਉਹਦੀ ਹਮੇਸ਼ਾ ਜਿੱਤ ਹੁੰਦੀ ਹੈ, ਜੈ ਜੈਕਾਰ ਹੁੰਦੀ ਹੈ। ਅਸੀਂ ਦ੍ਰੋਪਦੀ ਦਾ ਇਤਿਹਾਸ ਪੜ੍ਹਨੇ ਹਾਂ ਤੇ ਜਦੋਂ ਦੁਰਯੋਧਨ ਦੇ ਹੁਕਮ ਨਾਲ ਦੁਸ਼ਾਸਨ ਦ੍ਰੋਪਦੀ ਨੂੰ ਦਰਬਾਰ 'ਚ ਲਿਆਇਆ ਨਾ, ਤੇ ਇਹਨੂੰ ਆਪਣੇ ਆਪ ਤੇ ਵੀ ਮਾਣ ਸੀ। ਫਿਰ ਇਹਨੇ ਦੇਖਿਆ ਪੰਜੇ ਪਾਂਡਵ ਬੈਠੇ ਨੇ, ਅੰਦਰ ਸਭੈ ਦੁਸ਼ਾਸਨੇ, ਮੱਥੇ ਵਾਲ ਦ੍ਰੋਪਦੀ ਆਂਦੀ। ਦੂਤਾਂ ਨੂੰ ਫਰਮਾਇਆ ਨੰਗੀ ਕਰੋ ਪੰਚਾਲੀ ਬਾਂਦੀ। ਪੰਜੇ ਪਾਂਡਵ ਦੇਖਦੇ, ਉਹ ਕੋਈ ਰੁੱਧੀ ਨਾਰ ਜਿਨ੍ਹਾਂ ਦੀ। ਜਿਸ ਵੇਲੇ ਪਾਂਡਵਾਂ ਵੱਲ ਤੱਕਿਆ ਤਾਂ ਉਹਨਾਂ ਉਂਦੀਆਂ ਪਾ ਲਈਆਂ, ਕਿਉਂਕਿ ਉਹ ਗੁਲਾਮ ਹੋ ਚੁੱਕੇ ਸਨ, ਉਹਨਾਂ ਦੇ ਹੱਕ ਖਤਮ ਹੋ ਚੁੱਕੇ ਸਨ, ਬੋਲ ਨਹੀਂ ਸਨ ਸਕਦੇ, ਕਿਉਂਕਿ ਉਹ ਹਾਰ ਚੁੱਕੇ ਸੀ ਆਪਣਾ ਜੂਏ ਵਿੱਚ। ਪਾਂਡਵਾਂ ਨੇ ਉਂਦੀਆਂ ਪਾ ਲਈਆਂ। ਭੀਸ਼ਮ ਪਿਤਾਮਾ ਬਜ਼ੁਰਗ ਬੈਠੇ ਆ, ਉਹਦਾ ਆਸਰਾ ਲਿਆ, ਉਹਨੇ ਵੀ ਉਂਦੀ ਪਾ ਲਈ ਹੈ। ਕਰਨ ਵਰਗੇ ਸੂਰਮੇ ਬੈਠੇ ਆ, ਕਿਰਪਾਚਾਰੀਆ ਦ੍ਰੋਣਾਚਾਰੀਆ ਗੁਰੂ ਬੈਠੇ ਨੇ, ਉਹ ਆਸਰੇ ਤੱਕੇ ਨੇ ਵੀ ਇਹਨਾਂ ਦੇ ਹੁੰਦੇ ਆ ਗੱਲ ਹੋ ਸਕਦੀ ਨਹੀਂ ਹੋ ਸਕਦੀ। ਫਿਰ ਉਹਨੂੰ ਆਪਣੀ ਸੋਚ ਤੇ ਮਾਣ ਸੀ, ਮੈਂ ਇਹਨੂੰ ਸਮਝਾ ਲਾਂਗੀ, ਪਰ ਉੱਥੇ ਅਕਲ ਵੀ ਫੇਲ ਹੋ ਗਈ। ਤਨ ਦੀ ਤਾਕਤ, ਸਰੀਰ ਦੀ ਤਾਕਤ ਤੇ ਮਾਣ ਸੀ, ਅਜੇ ਇੱਕ ਦਾ ਆਸਰਾ ਨਹੀਂ ਲਿਆ। ਤੇ ਅਖੀਰ ਹੋਇਆ ਕਿ ਜਦੋਂ ਇੱਕ ਪੜਦਾ ਸਰੀਰ ਤੇ ਰਹਿ ਗਿਆ, ਦੇਖੋ ਪਹਿਲਾਂ ਤਾਂ ਹੋਰ ਆਸਰੇ ਤੱਕੇ ਆ, ਪੰਜੇ ਪਾਂਡਵ ਦੇਖਦੇ, ਉਹ ਕੋਈ ਰੁੱਧੀ ਨਾਰ ਜਿਨ੍ਹਾਂ ਦੀ। ਤੇ ਉਸ ਵੇਲੇ ਇੱਕ ਜਦ ਪੜਦਾ ਰਹਿ ਗਿਆ ਨਾ, ਤੇ ਉਸੇ ਵੇਲੇ ਅੱਖੀਂ ਮੀਟ ਧਿਆਨ ਧਰ, ਹਾ ਹਾ ਕ੍ਰਿਸ਼ਨ ਕਰੈ ਬਿੱਲਾ। ਸਾਰੇ ਆਸਰਿਆਂ ਤੋਂ ਨਿਆਸਰੀ ਹੋ ਗਈ ਤੇ ਇੱਕ ਦਾ ਆਸਰਾ ਤੱਕਿਆ। ਤੇ ਮਾਲਕ ਦੇਰ ਨਹੀਂ ਲਾਉਂਦਾ, ਅਰਦਾਸ ਸੁਣ ਲੱਗਿਆ। ਦੇਰ ਜੀਵ ਵਿੱਚ ਐ ਸਕ, ਉਹ ਕਦੀ ਨਹੀਂ ਕਹਿੰਦਾ ਕਿ ਪਹਿਲਾਂ ਮੈਨੂੰ ਕਿਉਂ ਨਹੀਂ ਯਾਦ ਕੀਤਾ। ਦੇਖੋ ਐਡਾ ਦਿਆਲ ਹੈ। ਉਸ ਵੇਲੇ ਸੁਣ ਲਈ, ਕੱਪੜ ਕੋਟ ਸਾਰਿਆਂ ਥੱਕੇ ਦੂਤ ਨਾ ਪਾਰ ਵਸਾਂਦੀ। ਘਰ ਆਏ ਹੱਥ ਮਰੋਣ ਸਿਰ ਤੁਰਨ, ਪਛੋਤਾਨ ਕਰਨ ਜਾਹੇ ਜਾਂਦੀ। ਘਰ ਆਏ ਠਾਕੁਰ ਮਿਲੇ, ਪੈਜ ਰਹੀ ਬੋਲਿਆ ਸ਼ਰਮਾਂਦੀ। ਨਾਥ ਅਨਾਥਾਂ ਬਾਣ ਤਰਾਂਦੀ। ਬੇਨਤੀ ਕਰਨ ਤੋਂ ਭਾਵ ਕਿ ਇਹ ਜਿਹੜੀ ਦ੍ਰੋਪਦੀ ਸੀ, ਜਦੋਂ ਇਹਨੇ ਵੀ ਇੱਕ ਦਾ ਆਸਰਾ ਲਿਆ ਤੇ ਇਹਦੀ ਪੈਜ ਰਹੀ। ਸਾਧ ਸੰਗਤ ਜੀ, ਪੈਜ ਰਹੀ। ਹਾਥੀ ਦਾ ਜ਼ਿਕਰ ਆਉਂਦਾ ਹੈ, ਜਬ ਹੀ ਸ਼ਰਨ ਗਹੀ ਕਿਰਪਾ ਨਿਤ ਗਜ ਗਰਾਹ ਤੇ ਛੂਟਾ। ਮਹਿਮਾ ਨਾਮ ਕਹਾਂ ਲੋ ਬਰਨੋ, ਰਾਮ ਕੈਦ ਬੰਧਨ ਤੇ ਟੂਟਾ। ਹਾਥੀ ਨੂੰ ਆਪਣੇ ਪਰਿਵਾਰ ਤੇ ਮਾਣ ਸੀ, ਛੱਡ ਕੇ ਚਲਾ ਗਿਆ। ਆਪਣੇ ਸਰੀਰ ਤੇ ਮਾਣ ਸੀ, ਕਈ ਦਿਨ ਖਿੱਚੋ ਤਾਣ ਹੁੰਦੀ ਰਹੀ। ਕਦੀ ਤੰਦਵਾ ਖਿੱਚ ਕੇ ਲੈ ਜਾਂਦਾ, ਕਦੀ ਹਾਥੀ ਬਾਹਰ ਲੈ ਆਉਂਦਾ ਖਿੱਚ ਕੇ। ਅਖੀਰ ਸਰੀਰ ਕਮਜ਼ੋਰ ਹੋ ਗਿਆ ਤੇ ਜਦੋਂ ਤੰਦਵੇ ਦਾ ਜ਼ੋਰ ਪਿਆ, ਇੱਕਦਮ ਇਹਨੇ ਯਾਦ ਕਰ, ਇੱਕ ਆਸਰਾ ਤੱਕਿਆ ਇਸ ਨੇ। ਉਸੇ ਵੇਲੇ ਮਾਲਕ ਨੇ ਦੀ ਅਰਦਾਸ ਸੁਣ ਲਈ, ਜਦੋਂ ਇੱਕ ਦਾ ਆਸਰਾ ਤੱਕਿਆ। ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੱਗੇ ਅਰਦਾਸ ਕਰਨੇ ਆ, ਬਾਹਰੋਂ ਹੱਥ ਜੋੜ ਕੇ ਕਹਿੰਦੇ, ਸੱਚੇ ਪਾਤਸ਼ਾਹ ਆਪ ਜੀ ਤੋਂ ਬਗੈਰ ਸਾਡਾ ਕੋਈ ਨਹੀਂ, ਆਪ ਹੀ ਹੋ। ਪਰ ਅੰਦਰ ਅਸੀਂ ਹੋਰ ਆਸਰੇ ਤੱਕੇ ਹੁੰਦੇ ਆ ਵੀ ਆਹ ਕੰਮ
ਜੇ ਆ ਨਾ ਹੁੰਦਾ ਤਾਂ ਮੇਰਾ ਕੰਮ ਨਹੀਂ ਸੀ ਹੋਣਾ। ਬੜੇ ਆਸਰੇ ਨੇ ਪਿਆਰ, ਉੱਤੋਂ ਜ਼ਰੂਰ ਅਸੀਂ ਕਹਿੰਦੇ ਨਹੀਂ, ਅੰਦਰੋਂ ਜੁੜ ਜਾਈਏ, ਇੱਕ ਦੇ ਹੋ ਜਾਈਏ ਪਿਆਰਿਓ, ਉਹ ਫਿਰ ਹਰ ਥਾਂ ਸਹਾਈ, ਹਰ ਥਾਂ। ਜੜ ਭਰਤ ਦੀ ਸਾਖੀ ਆਉਂਦੀ ਹੈ। ਇਹ ਤਪਸਵੀ ਸੀ ਤੇ ਇੱਕ ਮਿਰਗਾਂ ਦੀ ਡਾਰ, ਉਹਦੇ ਨਾਲ ਬੱਚਾ ਵਿਛੜ ਗਿਆ ਤੇ ਇਹਦੇ ਕੋਲ ਰਹਿੰਦਾ। ਬੱਚੇ ਨਾਲ ਪਿਆਰ ਹੋ ਗਿਆ ਮਿਰਗ ਨਾਲ। ਜੇ ਦਰਿਆ 'ਤੇ ਨਹਾਉਣ ਜਾਂਦੇ ਤਾਂ ਨਾਲ ਹੈ, ਬੈਠਦਾ, ਉਹ ਗੋਦ ਵਿੱਚ ਮੂੰਹ ਰੱਖ ਕੇ ਪਿਆਰ ਰਹਿੰਦਾ। ਉਹ ਵੱਡਾ ਹੋਇਆ, ਇੱਕ ਦਿਨ ਮਿਰਗਾਂ ਦੇ ਨਾਲ ਚਲਾ ਗਿਆ। ਇੰਨਾ ਮੋਹ ਕਿ ਆਖਰੀ ਸਮੇਂ ਸੁਰਤ ਉਹਦੇ ਵਿੱਚ ਗਈ ਤੇ ਅਗਲਾ ਜਨਮ ਜਿਹੜਾ ਸੀ ਉਹ ਹਰਨੀ ਦੇ ਪੇਟ ਤੋਂ ਹੋਇਆ। ਦੇਖੋ, ਵਾਹਿਗੁਰੂ ਕਿਰਪਾ ਰੱਖੇ, ਕਦੀ ਇਹ ਖਿਆਲ ਨਾ ਕਰੇ ਕਿ ਮੈਂ ਕੁਛ ਬਣ ਗਿਆ। ਕੋਈ ਪਤਾ ਨਹੀਂ, ਮਨ ਨੇ ਆਖਰੀ ਸਮੇਂ ਬਾਜੀ ਲਵਾ ਦੇਣੀ। ਇਹ ਸੁਰਤ ਪਤਾ ਨਹੀਂ ਕਿੱਧਰ ਭਟਕ ਜਾਵੇ ਪਿਆਰਿਓ। ਬਾਬਾ ਬੰਦਾ ਸਿੰਘ ਬਹਾਦਰ, ਜਿਸ ਦਾ ਪਹਿਲਾ ਗੁਰੂ ਜਿਹੜਾ ਸੀ, ਉਹਨੇ ਇਹਦਾ ਨਾਂ ਬਦਲਿਆ ਸੀ। ਪਹਿਲਾ ਨਾਂ ਲਛਮਣ ਦੇਵ ਸੀ ਤੇ ਫਿਰ ਇਹਨੇ ਪਹਿਲਾ ਤਪ ਜਿਹੜਾ ਸੀ ਇੱਥੇ ਕਸ਼ਮੀਰ ਕੀਤਾ। ਉੱਥੋਂ ਫਿਰ ਚੱਲਦਾ ਚੱਲਦਾ ਅਗੜਨਾਥ ਦਾ ਚੇਲਾ ਬਣਿਆ ਦੱਖਣ ਵਿੱਚ, ਉਹ ਤੀਸਰਾ ਗੁਰੂ ਸੀ ਇਸ ਦਾ। ਤਾਂ ਹੁਣ ਉਹ ਅਗੜਨਾਥ ਜਿਹੜਾ ਸੀ ਉਹ ਬਿਲ ਦਾ ਕੀੜਾ ਬਣਿਆ ਸੀ। ਸਾਖੀ ਲੰਮੀ, ਮੈਂ ਸਿਰਫ ਇਸ਼ਾਰਾ ਕਰ ਰਿਹਾ। ਤੇ ਦਸਮ ਪਾਤਸ਼ਾਹ ਜੀ ਨੇ ਕਿਹਾ ਸੀ, ਮਾਧੋ ਦਾਸ ਤੇਰਾ ਗੁਰੂ ਕਿੱਥੇ? ਅਗੜਨਾਥ। ਮਹਾਰਾਜ ਬ੍ਰਹਮ ਲੋਕ 'ਚ ਮਾਰ ਕੇ ਬਿਲ 'ਚ ਕੀੜਾ ਬਣਿਆ। ਉਹ ਕਿਉਂ ਬਣ ਗਿਆ ਸੀ? ਆਖਰੀ ਸਮੇਂ ਸੁਰਤ ਬਿਲ ਵਿੱਚ ਚਲੀ ਗਈ, ਬਿਲ ਖਾਣ ਵਿੱਚ, ਤੇ ਬਿਲ ਦਾ ਕੀੜਾ ਬਣ ਗਿਆ। ਇਸ ਤਰ੍ਹਾਂ ਹੋਰ ਅਨੇਕ ਸਾਖੀਆਂ ਆਉਂਦੀਆਂ, ਕਿਉਂਕਿ ਇਹ ਮੋਹ ਹੀ ਜੰਮ ਬਣ ਜਾਂਦਾ। ਮੋਹ ਹੀ ਜੰਮ ਹੈ। ਤੇ ਇਹ ਹਰਨੀ ਦੇ ਪੇਟ 'ਚ, ਤੇ ਫਿਰ ਇਹਦਾ ਜਨਮ ਹੋਇਆ, ਇਹ ਹਿਰਨ ਬਣਿਆ। ਉਸ ਤੋਂ ਬਾਅਦ ਫਿਰ ਮਨੁੱਖ ਦਾ ਜਨਮ ਹੋਇਆ ਤੇ ਇਹ ਬੋਲਦਾ ਨਹੀਂ, ਇਹਨੂੰ ਸਾਰਾ ਯਾਦ ਹੈ। ਰਾਜੇ ਦੇ ਘਰ ਔਲਾਦ ਨਹੀਂ। ਰਾਜੇ ਨੇ ਸਾਰੇ ਬੁਲਾਏ, ਜਿੰਨੇ ਜੋਸ਼ੀ ਸੀ, ਪੰਡਤ ਸੀ, ਹੋਰ ਸਨ, ਵੀ ਮੈਂ ਸਭ ਕੁਛ ਕਰਨ ਨੂੰ ਤਿਆਰ ਹਾਂ, ਮੇਰੇ ਘਰ ਪੁੱਤਰ ਹੋਣਾ ਚਾਹੀਦਾ। ਉਹ ਕਹਿਣ ਲੱਗੇ ਵੀ ਹੁਣ ਕੀ ਕਰੀਏ? ਰਾਜੇ ਤੋਂ ਸਾਡਾ ਖਹਿੜਾ ਕਿਵੇਂ ਛੁੱਟੇ, ਜਾਨ ਕਿਵੇਂ ਛੁੱਟੇ? ਉਹਨਾਂ ਨੇ ਕਿਹਾ ਵੀ ਸ਼ਰਤ ਉਹ ਰੱਖੀਏ ਜਿਹੜੀ ਪੂਰੀ ਨਾ ਹੋਵੇ। ਉਹਨੇ ਕਿਹਾ ਰਾਜਨ ਤੇਰੇ ਘਰ ਪੁੱਤਰ ਤਾਂ ਹੋ ਸਕਦਾ, ਪਰ ਜੇ ਤੂੰ ਸ਼ਰਤ ਪੂਰੀ ਕਰੇ। ਕਹਿੰਦੇ ਦੱਸੋ? ਕਹਿੰਦੇ ਦੇਵਤੇ ਨੂੰ ਮਨੁੱਖ ਦੀ ਬਲੀ ਦੇਣੀ ਪਏਗੀ। ਮਨੁੱਖ ਉਹ ਜਿਹਨੂੰ ਪਰਿਵਾਰ ਖੁਸ਼ੀ ਨਾਲ ਦੇਵੇ ਤੇ ਮਨੁੱਖ ਆਪ ਵੀ ਖੁਸ਼ੀ ਨਾਲ ਆਵੇ। ਇਹ ਗੱਲ ਤਾਂ ਹੋਣੀ ਹੈ ਹੀ ਨਹੀਂ। ਰਾਜੇ ਨੇ ਢੰਡੋਰਾ ਦੇ ਦਿੱਤਾ, ਜਿੰਨੀ ਮਾਇਆ ਕਹੋ ਮੈਂ ਦੇਣਾ। ਪਰਿਵਾਰ ਵਾਲੇ ਕਹਿੰਦੇ ਚੱਲ ਗਰੀਬੀ ਕੱਟੀ ਜਾਏਗੀ, ਇਹ ਕਿਹੜਾ ਬੋਲਦਾ ਚੱਲਦਾ। ਦੇ ਦਿੱਤਾ। ਇਹਨੂੰ ਪੁੱਛਿਆ, ਕਹਿੰਦੇ ਮੈਂ ਤਿਆਰ ਹਾਂ ਖੁਸ਼ੀ। ਖੈਰ ਲੈ ਆਏ। ਇਹਨੇ ਕਿਹਾ ਕਿ ਮੈਂ ਇਸ਼ਨਾਨ ਕਰਨਾ। ਦਰਿਆ 'ਤੇ ਇਸ਼ਨਾਨ ਕੀਤਾ ਤੇ ਰਾਜਾ ਤੇ ਰਾਣੀ ਆਪਣੇ ਮਹਿਲਾਂ ਵਿੱਚੋਂ ਦੇਖ ਰਹੇ ਨੇ। ਜੜ ਭਰਤ ਨੇ ਇਸ਼ਨਾਨ ਕਰਕੇ ਰੇਤੇ 'ਤੇ 4 ਢੇਰੀਆਂ ਬਣਾਈਆਂ। ਇੱਕ ਢੇਰੀ ਕੋਲ ਹੱਥ ਜੋੜ ਕੇ ਖੜਾ ਹੈ, ਢਾਹ ਦਿੱਤੀ। ਦੂਜੀ ਕੋਲ ਖੜਾ ਹੈ, ਉਹ ਵੀ ਢਾਹ ਦਿੱਤੀ। ਤੀਜੀ ਉਹ ਵੀ ਢਾਹ ਦਿੱਤੀ। ਚੌਥੀ ਨਹੀਂ ਢਾਈ। ਤੇ ਬੈਠ ਕੇ ਉਸ ਮਾਲਕ ਨੂੰ ਯਾਦ ਕਰਦਾ। ਪੁੱਛਿਆ ਗਿਆ ਕਿ ਇਹ ਬਾਲ, ਤੂੰ ਇਸ਼ਨਾਨ ਕਰਕੇ 4 ਢੇਰੀਆਂ ਬਣਾਈਆਂ ਸੀ, ਇਹਦਾ ਕੀ ਮਤਲਬ? 3 ਢਾਹ ਦਿੱਤੀਆਂ, ਇੱਕ ਰੱਖ ਲਈ। ਉਹ ਕਹਿੰਦੇ ਤੁਸੀਂ ਕੀ ਲੈਣਾ? ਤੁਸੀਂ ਆਪਣਾ ਕੰਮ ਕਰੋ। ਕਹਿੰਦੇ ਨਹੀਂ, ਸੱਚ ਦੱਸ। ਕਹਿਣ ਲੱਗੇ ਰਾਜਨ, ਮੈਂ 4 ਢੇਰੀਆਂ ਬਣਾਈਆਂ। ਪਹਿਲੀ ਢੇਰੀ ਪਰਿਵਾਰ ਦੀ, ਜਿਨ੍ਹਾਂ ਜਨਮ ਦਿੱਤਾ।
ਤੇ ਪਰਿਵਾਰ ਦਾ ਇੱਕ ਸਹਾਰਾ ਵੱਡਾ ਹੁੰਦਾ ਹੈ। ਮਾਇਆ ਦੇ ਲਾਲਚ ਵਿੱਚ ਆ ਕੇ ਮੈਨੂੰ ਵੇਚ ਦਿੱਤਾ, ਉਹ ਆਸਰਾ ਮੇਰਾ ਟੁੱਟ ਗਿਆ। ਦੂਸਰੀ ਢੇਰੀ ਰਾਜੇ ਦੀ ਕਿ ਜਿੱਥੇ ਨਿਆਂ ਨਾ ਹੋਵੇ ਉੱਥੇ ਰਾਜੇ ਦਾ ਫਰਜ਼ ਬਣਦਾ ਹੈ ਨਿਆਂ ਕਰਨਾ, ਪ੍ਰਜਾ ਨੂੰ ਸੁੱਖ ਦੇਣਾ। ਤੇ ਤੂੰ ਆਪਣੇ ਘਰ ਔਲਾਦ ਵਾਸਤੇ ਮੇਰੀ ਬਲੀ ਦੇ ਰਿਹਾ, ਇਸ ਕਰਕੇ ਤੇਰਾ ਆਸਰਾ ਵੀ ਖਤਮ ਹੋ ਗਿਆ। ਤੀਸਰੀ ਢੇਰੀ ਮੈਂ ਦੇਵਤੇ ਦੀ ਬਣਾਈ ਕਿ ਸ਼ਾਇਦ ਮੇਰੀ ਉਹ ਮਦਦ ਕਰੇ, ਪਰ ਜਿਹਨੇ ਮੇਰੀ ਬਲੀ ਲੈਣੀ ਹੈ ਉਹ ਮੇਰਾ ਆਸਰਾ ਕਿਵੇਂ ਹੋਇਆ? ਉਹ ਵੀ ਆਸਰਾ ਟੁੱਟ ਗਿਆ। ਚੌਥੀ ਢੇਰੀ ਉਸ ਪਰਮੇਸ਼ਰ ਵਾਹਿਗੁਰੂ ਦੀ, ਉਹ ਆਸਰਾ ਮੇਰੇ ਨਾਲ ਹੈ। ਰਾਣੀ ਕਹਿਣ ਲੱਗੀ, ਰਾਜਨ ਇੰਨਾ ਨੇਕ ਬੱਚਾ ਤੇ ਅਸੀਂ ਆ ਪਾਪ ਨਾ ਕਰੀ, ਇਹਨੂੰ ਆਪਣਾ ਪੁੱਤਰ ਬਣਾ ਲਈਏ। ਪੁੱਤਰ ਬਣਾ ਲਿਆ, ਇੱਕ ਦਾ ਆਸਰਾ ਤੱਕਿਆ। ਸੋ ਜਿਨ੍ਹਾਂ ਨੇ ਅੰਦਰ ਇੱਕ ਦਾ ਆਸਰਾ ਹੈ ਪਿਆਰਿਓ, ਉਹਨਾਂ ਦੇ ਸਾਰੇ ਹੀ ਆਸਰੇ ਨਾਲ ਹਨ। ਜੇ ਇੱਕ ਦਾ ਆਸਰਾ ਨਹੀਂ ਤੱਕਿਆ, ਗੁਰੂ ਕਹਿ ਦਈਏ, ਪਰਮੇਸ਼ਰ ਕਹਿ ਦਈਏ, ਵੈਸੇ ਵਾਹਿਗੁਰੂ, ਗੁਰੂ ਤੇ ਬਾਣੀ ਇੱਕ ਰੂਪ ਹਨ। ਬਾਣੀ ਨਾਲ ਜੁੜਨਾ, ਗੁਰੂ ਨਾਲ ਜੁੜਨਾ, ਵਾਹਿਗੁਰੂ ਪਰਮੇਸ਼ਰ ਨਾਲ ਜੁੜਨਾ ਇੱਕ ਗੱਲ। ਜਿਹਨੇ ਇੱਕ ਦਾ ਆਸਰਾ ਤੱਕ ਲਿਆ ਔਰ ਅੰਦਰੋਂ ਕਿ ਹੇ ਮਾਲਕ ਮੇਰੇ ਹੁਣ ਆਪ ਜੀ ਹੋ, ਬਸ ਹੁਣ ਮੇਰਾ ਕੋਈ ਹੋਰ ਆਸਰਾ ਨਹੀਂ। ਔਰ ਨਾ ਸੂਝੈ ਦੂਜੀ ਠਾਰ, ਹਾਰ ਭਰਿਓ ਤੋ ਦੁਆਰੇ। ਹਾਰ ਭਰਿਓ, ਮੈਂ ਦੇਖ ਲਿਆ ਆਸਰੇ ਤੱਕ ਬੜੇ ਆਸਰੇ ਤੱਕੇ, ਪਰ ਉਹ ਜਿਹੜੇ ਆਸਰੇ ਨੇ ਨਾ ਉਹ ਝੂਠੇ ਨੇ। ਆयाम ਤੁਸੀਂ ਦੇਖੋ, ਧਿਆਨ ਦੇਣਾ, ਜਦ ਕੋਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਉਹਦਾ ਸੰਸਕਾਰ ਹੁੰਦਾ, ਤੇ ਜਿਹੜੇ ਸੰਸਕਾਰ ਕਰਨ ਜਾਂਦੇ ਨੇ ਨਾ ਉਹ ਡੱਕਾ ਤੋੜ ਕੇ ਆਉਂਦੇ ਆ, ਇਹ ਤੋੜ ਕੇ ਸੁੱਟ ਆਉਂਦੇ ਆ। ਵੀ ਇਹਦਾ ਮਤਲਬ ਕੀ ਹੈ? ਡੱਕਾ ਤੋੜਨ ਦਾ ਕੋਈ ਮਤਲਬ ਤਾਂ ਹੋਏਗਾ। ਡੱਕਾ ਤੋੜਨ ਦਾ ਮਤਲਬ ਹੈ ਵੀ ਬਸ ਤੇਰਾ ਸਾਡਾ ਇੱਥੇ ਛੁੱਟੀ, ਬਸ ਖਤਮ, ਡੱਕਾ ਤੋੜ ਦਿੱਤਾ। ਵੈਸੇ ਗੁਰਮਤਿ ਵਿੱਚ ਨਹੀਂ ਹੈ, ਪਰ ਲੋਕ ਆਮ ਨੇ ਤੋੜਦੇ ਆ, ਪਤਾ ਵੀ ਨਹੀਂ ਭਈ ਫੜ ਕੇ ਤੋੜ ਕੇ ਵਿੱਚ ਸੁੱਟਣ। ਡੱਕਾ ਤੋੜਨ ਦਾ ਮਤਲਬ ਇਹਨਾਂ ਦਾ ਹੁੰਦਾ ਹੈ ਕਿ ਅੱਜ ਤੋਂ ਬਾਅਦ ਨਾ ਤੂੰ ਸਾਡਾ, ਨਾ ਅਸੀਂ ਤੇਰੇ। ਜਦੋਂ ਅਰਥੀ ਜਾਂਦੀ ਹੈ, ਗੁਰਸਿੱਖਾਂ ਵਿੱਚ ਬਾਣੀ ਪੜ੍ਹਦੇ ਹੈ, ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਹੈ। ਹਿੰਦੂ ਵੀਰ, ਰਾਮ ਨਾਮ ਸਤ ਹੈ ਕਿ ਭਾਈ ਬਾਕੀ ਤਾਂ ਜੋ ਹੈ ਨਾ, ਜੈਸਾ ਸੁਪਨਾ ਰੈਣ ਕਾ ਤੈਸਾ ਸੰਸਾਰ। ਸਤ ਪਰਮੇਸ਼ਰ ਵਾਹਿਗੁਰੂ ਹੈ, ਨਾਮ ਸਤ ਹੈ। ਤਾਂ ਇਹ ਜਿਹੜੇ ਦੁਨਿਆਵੀ ਆਸਰੇ ਹਨ ਪਿਆਰਿਓ, ਇਹ ਸਰੀਰ ਵਿੱਚ ਰਹਿੰਦਿਆਂ ਹੀ ਨਿਆਸਰੇ ਹੋ ਜਾਂਦੇ ਆ। ਜੋ ਗੁਰੂ ਪਰਮੇਸ਼ਰ ਦਾ ਨਾਮ ਬਾਣੀ ਦਾ ਆਸਰਾ ਹੈ, ਇਹ ਸਰੀਰ ਵਿੱਚ ਰਹਿੰਦਿਆਂ ਵੀ ਤੇ ਅੱਗੇ ਵੀ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲ ਹੈ ਪ੍ਰਭੂ ਹਰ ਦਰਗਹਿ ਕਾ ਬਸੀਠ। ਕਦੀ ਵਿਚਾਰ ਕੀਤੀ ਹੈ, ਇੱਥੋਂ ਵਾਸਤੇ ਅਸੀਂ ਬਹੁਤ ਕੁਝ ਸੋਚਦੇ ਹਾਂ, ਤੇ ਅੱਗੇ ਵਾਸਤੇ ਕਦੀ ਸੋਚਿਆ? ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਈਹਾਂ ਖਾੜ ਚਲੋ ਹਰ ਲਾਹ, ਆਗੈ ਬਸਨ ਸੁਹੇਲਾ। ਉਹ ਸਮਾਂ ਭਾਈ ਅਸੀਂ ਮੰਨੀਏ ਜਾਂ ਨਾ ਮੰਨੀਏ, ਉਹ ਸਭ ਤੇ ਆਉਣਾ ਹੀ ਆਉਣਾ ਹੈ। ਤੇ ਉਦੋਂ ਕੌਣ ਹੈ? ਇਹ ਜਿੰਦ ਅਕੇਲੀ ਹੈ। ਦਾਸ ਕਈ ਵਾਰ ਬੇਨਤੀ ਕਰਦਾ, ਪਰਿਵਾਰ ਤੁਹਾਡਾ ਕਿਤੇ ਗਿਆ ਹੋਵੇ, ਤੁਸੀਂ ਘਰ ਵਿੱਚ ਇਕੱਲੇ ਹੋ, ਤੁਸੀਂ ਕਹਿੰਦੇ ਮੈਨੂੰ ਘਰ ਵੱਢ ਵੱਢ ਖਾਂਦਾ ਸੀ। ਉਹ ਜਦੋਂ ਦੁਨੀਆ ਤੋਂ ਜਾਣਾ ਉਦੋਂ ਕੌਣ ਹੈ? ਭਾਈ ਸਾਹਿਬ, ਭਾਈ ਡਾਕਟਰ ਵੀਰ ਸਿੰਘ ਜੀ ਇੱਕ ਜਗ੍ਹਾ ਬੜਾ ਸੋਹਣਾ ਲਿਖਦੇ ਆ,
ਕਹਿੰਦੇ ਐ ਮਨੁੱਖ, ਜੇ ਸੰਸਾਰ ਦੇ ਵਿੱਚ ਤੂੰ ਇਕੱਲਾ ਹੀ ਹੋਵੇਂ, ਹੋਰ ਕੋਈ ਨਾ ਹੋਵੇ, ਕੀ ਹੋਏਗਾ? ਤੇ ਅੱਗੇ ਬੜਾ ਸੋਹਣਾ ਲਿਖਦੇ, ਕਹਿੰਦੇ ਇਹ ਜਵਾਬ ਦਿੰਦਾ ਵੀ ਇਹ ਕਿਵੇਂ ਹੋਏਗਾ ਕਿ ਮੈਂ ਦੁਨੀਆ 'ਤੇ ਇਕੱਲਾ ਹੀ ਹੋਵਾਂ, ਹੋਰ ਕੋਈ ਹੋਵੇ ਹੀ ਨਾ। ਤੇ ਭਾਈ ਸਾਹਿਬ ਲਿਖਦੇ ਆ, ਇਹਨੂੰ ਉਲਟ ਕਰ ਲੈ। ਜਦੋਂ ਸੰਸਾਰ ਤੋਂ ਤੂੰ ਜਾਣਾ ਨਾ, ਸਾਰਾ ਸੰਸਾਰ ਇੱਕ ਪਾਸੇ, ਤੂੰ ਇਕੱਲਾ ਇੱਕ ਪਾਸੇ ਹੋਏਗਾ। ਉੱਥੇ ਆਪਣੀ ਸੁਰਤ ਲੈ ਕੇ ਜਾ। ਕੌਣ ਹੈ ਗੁਰੂ ਪਰਮੇਸ਼ਰ ਤੋਂ ਬਗੈਰ ਉੱਥੇ ਤੇਰਾ? ਹੈ ਕੋਈ ਆਸਰਾ ਹੈ? ਨਹੀਂ, ਗੁਰੂ ਪਰਮੇਸ਼ਰ ਦਾ ਹੀ ਆਸਰਾ ਹੈ। ਤੇ ਹੁਣ ਪਹਿਲਾਂ ਸਰੀਰ ਵਿੱਚ ਰਹਿੰਦੇ ਆਸਰਾ ਬਣਾ ਲਈਏ ਪਿਆਰੇ। ਸਰੀਰ ਵਿੱਚ ਰਹਿੰਦੇ ਪ੍ਰਿੰਸੀਪਲ ਜਗਜੀਤ ਸਿੰਘ ਜੀ ਉਹ ਬੋਲ ਰਹੇ ਸਨ, ਤੇ ਉਹਨਾਂ ਨੇ ਬਚਨ ਕੀਤਾ, ਕਹਿੰਦੇ ਕਿ ਲੋਕ ਸਵਾਰ ਲਓ ਤੇ ਪਰਲੋਕ ਆਪਣੇ ਆਪ ਸੌਰ ਜਾਏਗਾ, ਸਵਾਰਿਆ ਜਾਏਗਾ। ਮਹਾਂਪੁਰਸ਼ ਬੈਠੇ ਸਨ ਕੋਲ, ਤੁਹਾਡੇ ਵਿੱਚੋਂ ਵੀ ਸ਼ਾਇਦ ਮਾਈ ਭਾਈ ਉੱਥੇ ਬੈਠੇ ਹੋਣ। ਮਹਾਂਪੁਰਸ਼ ਕਹਿੰਦੇ ਨਹੀਂ, ਪਰਲੋਕ ਸਵਾਰੋ ਹੁਣ ਤੇ ਲੋਕ ਆਪਣੇ ਆਪ ਹੀ ਸੌਰ ਜਾਏਗਾ। ਇਹੀ ਫਰਕ ਹੁੰਦਾ ਸਾਧ ਸੰਗਤ ਜੀ। ਜਿਹੜੇ ਅਨੁਭਵੀ ਮਹਾਂਪੁਰਸ਼ ਹਨ ਨਾ, ਉਹਨਾਂ ਵਿੱਚ ਤੇ ਆਮ ਪੜ੍ਹਾਈ ਵਿੱਚ ਥੋੜ੍ਹੇ ਅੱਖਰਾਂ ਵਿੱਚ ਹੀ ਬਹੁਤ ਕੁਛ ਆ ਜਾਂਦਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਇੱਕ ਬਚਨ ਅਮੋਲਕ ਬਚਨ ਹੈ। ਡਾਕਟਰ ਸਵਾਮੀ ਰਾਮ ਜੀ ਨੇ ਰਤਵਾੜਾ ਸਾਹਿਬ ਦੇ ਵੱਡੇ ਇਕੱਠ ਵਿੱਚ ਇਹ ਬਚਨ ਕੀਤਾ ਸੀ ਕਿ हम अगले साल तक गुरु ग्रंथ साहब महाराज की वाणी का इंग्लिश में ट्रांसलेशन करेंगे। की ख्याल आया उन्होंने शायद, क्योंकि उन्होंने प्राणायाम किया सी, बड़े बड़े साधन किए सन, दुनियावी पढ़ाई भी उन्होंने बहुत सी। वेद भारती वर्गे स्वामी जी उन्होंने सेवक सन। नाल दे नाल कहते 1 साल क्या 6 महीने में कर देंगे। पर जब अगले साल रतवाड़ा साहब के समागम ते आए तो उन्होंने खिमा मंगी सी। उन्होंने कहा कि गुरु ग्रंथ साहब की बाणी एक एक बचन, कहते सूत्रां विच भाव एक बचन विच इतनी दी गहराई है। कहते बहुत सतगुर दी गुरु ग्रंथ साहब महाराज की बाणी बहुत थोड़ी बाणी का मैं ट्रांसलेशन कर सकिया। ये सतगुर की बाणी है। तो सतगुर की बाणी नाल जिहड़े जुड़े ने ना रब दे प्यारे, जिन्हां ने नाम जपिया, अनुभवी महापुरुष, तो उन्हां दे जिहड़े बचन ने कमाए हुंदे ने। थोड़े बचन विच बड़ा कुछ। पर लोक सवार लो तो लोक अपने आप सवारिया जाएगा। ध्यान देना, परलोक सवारन वास्ते सतगुर की शरण में आना। ध्यान देना, परलोक सवारन वास्ते गुरु वाले बनना। गुरु घर में है पीओ पौल खंड धार हो जन्मशिल, आप गुरु वाले बन गए। परलोक सवारन वास्ते अमृत वेला संभालना, किरत करनी, नाम जपना, वंड छकना। तो सच्चे मार्ग ते चल पिया तो लोग अपने आप ही सवारिया गया। प्यारे क्यों? बिराई निकल गई, खोट निकल गई, विकारां तो छुटकारा मिल गया। जदों परलोक सवारदा तो लोग अपने आप ही सवारिया जाता है। सो इस करके समर्थ गुरु की शरण विच आउणा। अवर ना सूझै दूजी ठाहर। सब तो पहले एक दे बन जाना, एक दा ओट आसरा लेना है। साध संगत जी, जदों एक ते भरोसा करांगे ना, गुरु घर विच भी बहुत साखियां आउंदियां कि एक भाई पतंगा जी सन लाहौर दे, ते एक जमाल खां सी। भाई पतंगा जी अमानता रखिया करते सी। ते ये सी भी जे
ਦਾਦਾ ਰੱਖੇ ਤੇ ਪੋਤਰੇ ਨੂੰ ਵੀ ਸਹੀ ਸਲਾਮਤ ਅਮਾਨਤ ਮਿਲ ਜਾਂਦੀ ਹੈ। ਜਦ ਅਸੀਂ ਇਤਿਹਾਸ ਪੜ੍ਹਨੇ ਆ ਨਾ, ਤੇ ਜਿਹੜੇ ਗੁਰਸਿੱਖ ਉਹ ਕਿੱਥੇ ਕਿੱਥੇ ਕਿਹੜੀਆਂ ਕਿਹੜੀਆਂ ਸਟੇਟਾਂ ਸੂਬਿਆਂ ਵਿੱਚ ਜਾ ਕੇ ਪ੍ਰਚਾਰ ਕਰਦੇ ਸਨ, ਨਾਲ ਆਪਣੀ ਕਿਰਤ ਕਰਦੇ ਸਨ, ਤੇ ਉੱਚਾ ਸੁੱਚਾ ਜੀਵਨ ਉਹਨਾਂ ਦਾ। ਜਮਾਲ ਖਾਨ ਨੇ 500 ਮੋਹਰ ਰੱਖੀ ਵੀ ਭਾਈ ਸਾਹਿਬ ਮੈਂ 6 ਮਹੀਨੇ ਵਾਸਤੇ ਜਾ ਰਿਹਾ, ਤੇ ਆ ਤੁਸੀਂ ਮੇਰੀ ਇਮਾਨਤ ਰੱਖ ਲਓ। ਕਹਿੰਦੇ ਰੱਖ ਦਿਓ। ਜਮਾਲ ਖਾਨ ਨੂੰ ਇੰਨਾ ਭਰੋਸਾ ਸੀ ਵੀ ਰੱਖ ਕੇ ਚਲਾ ਗਿਆ, ਤੇ ਭਾਈ ਸਾਹਿਬ ਭੁੱਲ ਗਏ, ਗਾਹਕਾਂ ਦੀ ਭੀੜ ਰਹੀ। ਉਹ ਕੱਚੇ ਬਰਤਨ ਵਿੱਚ ਮੋਹਰਾਂ ਰੱਖੀਆਂ ਸੀ, ਬਾਅਦ ਵਿੱਚ ਮੈਂ ਜਿੱਥੇ ਮਾਨਤਾ ਨੇ ਉੱਥੇ ਰੱਖ ਲਾਂਗਾ, ਵਹੀ 'ਤੇ ਚੜ੍ਹਾ ਲਾਂਗਾ, ਪਰ ਉਸ ਕੱਚੇ ਬਰਤਨ ਵਿੱਚ ਹੀ ਮੋਹਰਾਂ ਪਈਆਂ ਰਹੀਆਂ। ਜਿਸ ਵੇਲੇ 6 ਮਹੀਨੇ ਬਾਅਦ ਜਮਾਲ ਖਾਂ ਆਇਆ, ਭਾਈ ਸਾਹਿਬ ਮੇਰੀ ਅਮਾਨਤ। ਭਾਈ ਪਤੰਗਾ ਜੀ ਨੇ ਵਹੀ ਦੇਖੀ, ਨਾਂ ਨਹੀਂ ਕਿਤੇ, ਅਮਾਨਤ ਵਾਲੀ ਜਗ੍ਹਾ ਦੇਖੀ, ਅਮਾਨਤ ਨਹੀਂ। ਜਮਾਲ ਖਾਂ ਜੀ ਤੁਸੀਂ ਕਿਤੇ ਭੁੱਲ ਤਾਂ ਨਹੀਂ ਗਏ, ਮੇਰੇ ਕੋਲ ਤੁਹਾਡੀ ਅਮਾਨਤ ਨਹੀਂ। ਜ਼ਮੀਨ ਪੈਰਾਂ ਥੱਲੇ ਨਿਕਲ ਗਈ। ਗੁਰਸਿੱਖਾ ਮੇਰੀ ਜ਼ਿੰਦਗੀ ਦੀ ਕਮਾਈ ਹੈ, ਮੈਂ ਤੇ ਤੇਰੇ 'ਤੇ ਭਰੋਸਾ ਸੀ। ਹੁਣ ਗੁਰਸਿੱਖ ਵੀ ਸੱਚਾ ਹੈ ਤੇ ਜਮਾਲ ਖਾਂ ਵੀ ਸੱਚਾ ਹੈ। ਪਾਪ ਹੈ ਬੇਈਮਾਨੀ ਕਰਨੀ, ਭੁੱਲ ਜਾਣਾ ਪਾਪ ਨਹੀਂ, ਜਿਹੜੇ ਕੁਦਰਤੀ ਭੁੱਲ ਜਾਵੇ। ਜਮਾਲ ਖਾਂ ਨਵਾਬ ਕੋਲ ਗਿਆ, ਨਵਾਬ ਸਾਹਿਬ ਮੈਂ ਗੁਰਸਿੱਖ 'ਤੇ ਭਰੋਸਾ ਕਰਦਾ ਸੀ ਤੇ ਮੇਰੇ ਨਾਲ ਧੋਖਾ ਹੋਇਆ। ਨਵਾਬ ਕਹਿਣ ਲੱਗਾ ਉਹ ਗੁਰਸਿੱਖ ਦਾ ਜੀਵਨ ਬੜਾ ਉੱਚਾ ਸੁੱਚਾ ਹੈ, ਮੈਂ ਉਹਦੇ ਬਾਰੇ ਬੜਾ ਸੁਣਿਆ, ਉਹ ਤਾਂ ਨੇਕ ਹੈ, ਕਿਸੇ ਦਾ ਇੱਕ ਧੇਲਾ ਵੀ ਨਹੀਂ ਮਾਰਦਾ। ਗੁਰਸਿੱਖ ਨੂੰ ਪੁੱਛਿਆ, ਉਹ ਕਹਿੰਦਾ ਜੀ ਮੇਰੀ ਵੇਹੀ 'ਤੇ ਵੀ ਨਾਂ ਨਹੀਂ, ਤੇ ਨਾਂ ਜਿੱਥੇ ਮਾਨਤਾ ਨੇ ਉੱਥੇ ਵੀ ਨਹੀਂ। ਇਤਿਹਾਸ ਵਿੱਚ ਐਸਾ ਲਿਖਿਆ ਕਿ ਨਵਾਬ ਨੇ ਕੀ ਫੈਸਲਾ ਕੀਤਾ ਕਿ ਇੱਕ ਕੜਾਇਆ ਜਿਹਦੇ ਵਿੱਚ ਤੇਲ ਪਾਓ, ਜਦੋਂ ਤੇਲ ਉਬਾਲੇ ਖਾਵੇ ਤੇ ਉਹਦੇ ਵਿੱਚ 2 ਟਗੇ ਸੁੱਟੋ, ਇਹ ਦੋਵੇਂ ਕੱਢਣ, ਜਿਹਦਾ ਹੱਥ ਬਚ ਗਿਆ ਸੱਚਾ, ਜਿਹਦਾ ਸੜ ਗਿਆ ਉਹ ਝੂਠਾ। ਦੋਵਾਂ ਨੇ ਮੰਨ ਲਿਆ, ਲੋਕ ਇਕੱਠੇ ਹੋ ਗਏ, 2 ਟਗੇ ਸੁੱਟੇ ਗਏ, ਤੇਲ ਉਬਾਲੇ ਖਾ ਰਿਹਾ। ਹੁਣ ਜਮਾਲ ਖਾਂ ਨੂੰ ਕਿਹਾ ਇਹ ਜਿੰਨੇ ਪੀਰ ਸੀ ਨਾ ਉਹਨੇ ਯਾਦ ਕਰ ਲਏ, ਫਲਾਣਿਆਂ ਪੀਰਾ ਮੈਂ ਤੇਰੇ ਚਿਰਾਗ ਜਗਾਊਂ, ਤੇਰੇ ਮੈਂ ਦੇਗਾਂ ਦੀ ਚੌਲਾਂ ਦੀ ਦੇਗ ਚੜਾਊਂ, ਤੇਰੇ ਮੈਂ ਆਹ ਕਰੂੰ, ਤੇਰੇ ਮੈਂ ਆਹ ਕਰੂੰ। ਇੱਕ ਅੱਲਾਹ ਤਾਲਾ ਵਾਹਿਗੁਰੂ ਯਾਦ ਨਹੀਂ ਕੀਤਾ। ਜਦ ਇਹਨੇ ਹੱਥ ਪਾਇਆ ਤੇ ਇਹਦਾ ਹੱਥ ਸੜ ਗਿਆ, ਬਾਂਹ ਸੜੀ, ਡਿੱਗ ਪਿਆ ਪਿੱਛੇ ਨੂੰ। ਜਦ ਗੁਰਸਿੱਖ ਨੂੰ ਗਿਆ ਤੇ ਗੁਰਸਿੱਖ ਨੇ ਇੱਕ ਦਾ ਆਸਰਾ ਤੱਕਿਆ, ਦੇਖ ਹੋਰ ਨਹੀਂ ਕਿਸੇ ਨੂੰ, ਕਿਸੇ ਦੇਵੀ ਦੇਵਤੇ ਨੂੰ ਨਹੀਂ ਧਿਆਇਆ, ਕਿਸੇ ਪੀਰ ਨੂੰ ਨਹੀਂ ਧਿਆਇਆ। ਇੱਕ ਸਤਿਗੁਰੂ ਦੇ ਚਰਨਾਂ ਅੱਗੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਆਪਣੇ ਬਿਰਧ ਬਾਣੀ ਦੀ ਲਾਜ। ਵਾਹਿਗੁਰੂ ਕਹਿ ਕੇ ਜਦੋਂ ਟਗਾ ਕੱਢਿਆ ਜਿਵੇਂ ਠੰਡੇ ਪਾਣੀ ਚੋਂ ਕੱਢ ਲਈਦਾ। ਹੁਣ ਸਿੱਖ ਦੀ ਜੈ ਜੈਕਾਰ ਹੋ ਗਈ। ਇੱਧਰ ਜਮਾਲ ਖਾਂ ਦਾ ਇਲਾਜ ਹੋ ਰਿਹਾ, ਸਿੱਖ ਆਪਣੀ ਦੁਕਾਨ ਕਰਦਾ। ਦੀਵਾਲੀ ਦਾ ਤਿਉਹਾਰ ਸੀ, ਚੂਨਾ ਆਦਿ ਕਲੀ ਕਰਨੀ ਸੀ, ਸਫਾਈ ਹੋ ਰਹੀ ਹੈ, ਹਰ ਬਰਤਨ ਨੂੰ ਸਾਫ਼ ਕਰ ਕਰਕੇ ਰੱਖਦੇ ਆ। ਦੁਕਾਨਦਾਰ ਆਮ ਦੇਖਦੇ ਆਪਾਂ, ਕੁਦਰਤੀ ਉਸ ਬਰਤਨ ਵਿੱਚ ਹੱਥ ਪਿਆ ਜਿੱਥੇ ਮੋਹਰਾਂ ਸੀ, ਤੇ ਹੱਥ ਪੈਂਦਿਆਂ ਸਾਰ ਯਾਦ ਆ ਗਿਆ, ਓਹੋ ਇਹ ਤੇ ਜਮਾਲ ਖਾਂ ਦੀਆਂ ਮੋਹਰਾਂ ਨੇ। ਹੁਣ ਜੇ ਸਿੱਖ ਚਾਹੁੰਦਾ ਤੇ ਉਹ ਮੋਹਰਾਂ ਵਰਤ ਸਕਦਾ ਸੀ ਕਿ ਮੈਂ ਸਾਰਿਆਂ 'ਚ ਸੱਚਾ ਹੋਇਆ, ਮੈਨੂੰ ਕੋਈ ਕਹਿ ਨਹੀਂ ਸਕਦਾ। ਪਰ ਧੰਨ ਸਿੱਖੀ, ਜਿਸ ਸਿੱਖ ਦੇ ਹਿਰਦੇ ਵਿੱਚ ਇਹ ਬਚਨ ਵਸਿਆ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਪਰੈ ਜਾਂ ਮਰਦਾਰ ਨਾ ਖਾਏ। ਥੈਲੀ ਚੱਕੀ, ਜਮਾਲ ਖਾਂ ਦੇ ਘਰ ਚਲਾ ਗਿਆ। ਜਮਾਲ ਖਾਂ ਮੈਂ ਭੁੱਲ ਗਿਆ, ਮੈਨੂੰ ਮਾਫ਼ ਕਰ ਦੇ, ਆਹ ਮੋਹਰਾਂ ਤੇਰੀਆਂ। ਜਮਾਲ ਖਾਨ ਦੇ ਨੇਤਰਾਂ 'ਚੋਂ ਸ਼ਮ ਸ਼ਮ ਹੰਝੂ ਜਾਣ ਲੱਗ ਪਏ। ਗੁਰਸਿੱਖਾ, ਜਿਸ ਗੁਰੂ ਨੇ ਤੇਰੀ ਪੈਜ ਰੱਖੀ ਹੈ ਤੇ ਮੈਨੂੰ ਉਸ ਗੁਰੂ ਦੇ ਦਰਸ਼ਨ ਕਰਾ।
ਇਹ ਭਾਈ ਪਤੰਗਾ ਜੀ ਜਮਾਲ ਖਾਨ ਨੂੰ ਨਾਲ ਲੈ ਕੇ ਪੰਚਮ ਪਾਤਸ਼ਾਹ ਸਤਿਗੁਰੂ ਦੀ ਸ਼ਰਨ ਵਿੱਚ ਆਏ, ਦਰਸ਼ਨ ਕੀਤੇ। ਤਾਂ ਉੱਥੇ ਜਮਾਲ ਖਾਨ ਨੇ ਇੱਕ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੇਰੀ ਬੇਨਤੀ ਹੈ, ਦੱਸ। ਜਮਾਲ ਖਾਨ ਕਹਿਣ ਲੱਗਾ, ਮੈਂ ਸੱਚਾ ਸੀ ਤੇ ਮੇਰਾ ਹੱਥ ਸੜ ਗਿਆ, ਤੇ ਸਿੱਖ ਤੁਹਾਡਾ ਝੂਠਾ ਸੀ, ਇਹਦਾ ਹੱਥ ਬਚ ਗਿਆ, ਇਹ ਕਿਉਂ ਹੋਇਆ? ਮਹਾਰਾਜ ਕਹਿੰਦੇ ਨਹੀਂ, ਤੂੰ ਵੀ ਸੱਚਾ ਸੀ, ਸਾਡਾ ਸਿੱਖ ਵੀ ਸੱਚਾ ਸੀ। ਜੇ ਸਾਡਾ ਸਿੱਖ ਝੂਠਾ ਹੁੰਦਾ ਤੈਨੂੰ ਮੋਹਰਾਂ ਨਾ ਦਿੰਦਾ। ਤੂੰ ਸੱਚਾ ਸੀ ਕਿ ਤੂੰ ਮੋਹਰਾਂ ਰੱਖੀਆਂ ਸਨ, ਇਹ ਸੱਚਾ ਸੀ ਕਿ ਕੁਦਰਤੀ ਭੁੱਲ ਗਿਆ ਸੀ, ਕੁਦਰਤੀ ਭੁੱਲ ਗਿਆ। ਬੇਈਮਾਨੀ ਕਰਨੀ ਪਾਪ ਹੈ, ਭੁੱਲਣਾ ਭੁੱਲ ਸਕਦਾ ਜੀ। ਜੇ ਇਹਦੇ ਅੰਦਰ ਫਰਕ ਹੁੰਦਾ ਤੈਨੂੰ ਮੋਹਰਾਂ ਵਾਪਸ ਕਿਉਂ ਕਰਦਾ? ਸੱਚੇ ਤੁਸੀਂ ਦੋਵੇਂ ਸੀ, ਪਰ ਫਰਕ ਹੈ ਵਿਸ਼ਵਾਸ ਵਿੱਚ। ਤੇਰਾ ਅੱਲਾਹ ਤਾਲਾ ਤੇ ਵਿਸ਼ਵਾਸ ਨਹੀਂ ਸੀ। ਤੂੰ ਕਿਹੜੇ ਯਾਦ ਕੀਤੇ? ਜਿੰਨੇ ਤੈਨੂੰ ਪੀਰ ਹੋ ਯਾਦ ਸਨ, ਫਲਾਣਿਆ ਪੀਰਾ ਫਲਾਣਿਆ ਪੀਰਾ, ਇੱਕ ਅੱਲਾਹ ਤਾਲਾ ਨੂੰ ਯਾਦ ਕਰਨਾ ਤੂੰ ਨਹੀਂ ਕੀਤਾ, ਉਹ ਕੋਈ ਨਹੀਂ ਬੋੜਿਆ। ਸਿੱਖ ਦਾ ਆਸਰਾ ਜਿਹੜਾ ਹੈ, ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੇ, ਹਾ ਪ੍ਰਭ ਚੀਦ ਜਾ ਕੇ ਮਨ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਗੁਰੂ ਨਾਲ ਪ੍ਰੀਤ ਤੇ ਗੁਰੂ ਤੇ ਪ੍ਰਤੀਤ ਫੇਥ ਹੋਵੇ ਪਿਆਰੇ। ਇਹਦੀ ਅਰਦਾਸ ਇੱਕ ਅੱਗੇ, ਇਸ ਕਰਕੇ ਇਹਦੀ ਅਰਦਾਸ ਗੁਰੂ ਨੇ ਸੁਣੀ ਹੈ। ਐ ਜਮਾਲ ਖਾਂ ਤੂੰ ਵੀ ਇੱਕ ਅੱਲਾਹ ਤਾਲਾ ਤੇ ਭਰੋਸਾ ਲਿਆ, ਇੱਕ ਤੇ ਭਰੋਸਾ ਲਿਆਉਣਾ। ਅਵਰ ਨਾ ਸੂਝੈ ਦੂਜੀ ਠਾਰ, ਹਾਰ ਪਰਿਓ ਤੋ ਦੁਆਰੇ। ਅੰਦਰੋਂ ਕਹਿਣਾ ਹਾਰ ਪਰਿਓ ਤੋ ਦੁਆਰੇ, ਇਹ ਨਹੀਂ ਵੀ ਉੱਤੋਂ ਪਿਆਰੇ, ਉੱਤੋਂ ਤਾਂ ਬੜਾ ਕੁਛ ਹੀ ਕਹਿੰਦੇ ਆ ਨਾ। ਜਿੱਥੇ ਅਸੀਂ ਉੱਤੋਂ ਮੱਥਾ ਅਸੀਂ ਟੇਕਦੇ ਹਾਂ, ਮੱਥਾ ਟੇਕਣ ਦਾ ਭਾਵ ਇਹ ਹੁੰਦਾ ਹੈ ਕਿ ਆਪਣੀ ਮਨ ਮਤ ਗੁਰੂ ਅੱਗੇ ਰੱਖ ਦੇਣੀ, ਬਸ ਆਪਣੇ ਆਪ ਨੂੰ ਸਰੈਂਡਰ ਕਰ ਦੇਣਾ। ਇੱਥੇ ਮੈਂ ਭਾਵ ਰਹਿ ਨਾ ਜਾਏ, ਬਾਕੀ ਕੁਛ ਬਸ। ਪਿਆਰੇ ਮਹਾਂਪੁਰਸ਼ਾਂ ਦਾ ਬਚਨ ਹੈ ਕਿ ਪੂਰੇ ਮੁਰਸ਼ਿਦ ਦੀ ਜਿਹੜਾ ਮਾਰ ਝੱਲ ਲਵੇ, ਉਹਨੂੰ ਕੋਈ ਮਾਰ ਨਹੀਂ ਪੈਂਦੀ। ਪਿਆਰੇ ਅਸੀਂ ਹੀ ਬੇਕਦਰੇ ਹੋਏ ਹਾਂ, ਮਹਾਂਪੁਰਸ਼ ਤੇ ਪੂਰਨ ਸਨ। ਮੈਂ ਪਹਿਲਾਂ ਬੇਨਤੀ ਕੀਤੀ ਵੀ ਇੱਕ ਬਚਨ ਸਤਿਪੁਰਸ਼ਾਂ ਦਾ, ਕਿਉਂਕਿ ਕਮਾਇਆ ਹੋਇਆ ਜਿਨ੍ਹਾਂ ਨੇ ਨਾਮ ਦੀ ਕਮਾਈ ਕੀਤੀ ਹੈ। ਕਹਿੰਦੇ ਜਿਨ੍ਹੇ ਆਪਣੇ ਮੁਰਸ਼ਿਦ ਦੀ ਮਾਰ ਝੱਲ ਲਈ ਨਾ, ਉਹਨੂੰ ਕੋਈ ਮਾਰ ਨਹੀਂ ਪੈਂਦੀ। ਇੱਥੇ ਕਿ ਮੈਂ ਬੇਨਤੀ ਹੋਰ ਵੀ ਨਾਲ ਕਰਾਂ ਕਿ ਜਿਹੜਾ ਸਮਰੱਥ ਹੈ ਨਾ, ਉਹ ਕਿਰਪਾ ਨਾਲ ਕਰਦਾ। ਤੁਸੀਂ ਆ ਬਰਤਨ ਦੇਖਦੇ ਹੋ, ਇੱਕ ਹੱਥ ਅੰਦਰ ਹੁੰਦਾ ਤੇ ਇੱਕ ਹੱਥ ਬਾਹਰ ਹੁੰਦਾ। ਉਹ ਜਿਹੜਾ ਬਾਹਰੋਂ ਹੱਥ ਵੱਜਦਾ ਹੈ ਨਾ, ਥਪਕੀ ਵੱਜਦੀ ਹੈ, ਉਹ ਦਿਖਦਾ, ਤੇ ਜਿਹੜਾ ਅੰਦਰ ਹੱਥ ਹੈ ਪੂਰਾ ਸਹਾਰਾ, ਉਹ ਨਹੀਂ ਸਾਨੂੰ ਦਿਖਦਾ। ਉਹਦਾ ਨਾਲ ਸਹਾਰਾ ਹੁੰਦਾ, ਨਹੀਂ ਤੇ ਜੀਵ ਨਹੀਂ ਜੇ ਸਹਾਰ ਸਕਦਾ ਪਿਆਰੇ। ਤਾਂ ਇਹਦਾ ਮਤਲਬ ਕੀ ਹੈ? ਉਹਨੂੰ ਕੋਈ ਮਾਰ ਨਹੀਂ ਪੈਂਦੀ। ਇਹਦਾ ਮਤਲਬ ਹੈ ਜਿਹੜੀ ਚੀਜ਼ ਨੂੰ ਮਾਰ ਪੈਂਦੀ ਹੈ ਨਾ, ਉਹ ਗੁਰੂ ਰਹਿਣ ਨਹੀਂ ਦਿੰਦਾ। ਮਾਰ ਪੈਂਦੀ ਹੈ ਮੈਂ ਮੇਰੀ ਨੂੰ, ਬਸ। ਤੇ ਜਿਹੜਾ ਸਮਰੱਥ ਗੁਰੂ ਹੈ ਨਾ, ਉਹ ਪਿਆਰੋ ਮੈਂ ਮੇਰੀ ਰਹਿਣ ਨਹੀਂ ਦਿੰਦਾ ਸਿੱਖ ਦੇ ਵਿੱਚ, ਬਸ। ਉੱਥੇ ਤੂੰ ਹੀ ਤੂੰ ਹੈ, ਕਿਉਂਕਿ ਜਦ ਮੈਂ ਮੇਰੀ ਹੈ ਨਾ ਹਉ ਨਾ ਮੈਂ ਜਿਉਨੀ। ਮੈਂ ਕਰਕੇ ਹਉਮੈ ਕਰਕੇ ਹੀ ਜਿਉਨਾ ਹਾਂ। ਹਉਮੈ ਇਹ ਜਾਤ ਹੈ, ਹਉਮੈ ਕਰਮ ਕਮਾਏ, ਹਉਮੈ ਹੀ ਬੰਦਨਾ ਫਿਰ ਜੂਨੀ ਪਾਏ। ਹਉਮੈ ਕਰਕੇ ਹੀ ਜਨਮ ਤੇ ਮਰਨ ਹੈ, ਹਉਮੈ ਕਰਕੇ ਹੀ ਸਾਰੇ ਲੇਖੇ ਨੇ। ਤੇ ਜਦੋਂ ਪਿਆਰੇ ਉਹ ਰਿਹਾ ਹੀ ਨਾ, ਜਿੱਥੇ ਤੂੰ ਦਾ ਨਿਵਾਸ ਹੋਇਆ, ਤੈਨੂੰ ਮਾਰ ਕਿਹਨੂੰ ਪੈਣੀ? ਮਾਰ ਪੈਂਦੀ ਹੈ ਮੈਂ ਮੇਰੀ। ਤੇ ਜਿੰਨਾ ਚਿਰ ਮੈਂ ਮੇਰੀ ਹੈ, ਉਹਨਾਂ ਚਿਰ ਤੂੰ ਦਾ ਨਿਵਾਸ ਹੀ ਹੁੰਦਾ। ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ। ਦੇਖੋ, ਤੇ ਉੱਥੇ ਫਿਰ ਮਾਰ ਕਿਹਨੂੰ ਪਏਗੀ ਪਿਆਰੇ? ਇਹ ਸਮਰੱਥ ਗੁਰੂ ਕਿਰਪਾ ਕਰ ਦਿੰਦਾ। ਅਸੀਂ ਜਦੋਂ ਸਤਿਗੁਰੂ ਦੀ ਸ਼ਰਨ ਵਿੱਚ ਆ ਗਏ ਨਾ, ਤੇ ਅਵਰ ਨਾ ਸੂਝੈ ਦੂਜੀ ਠਾਰ, ਹਾਰ ਪਿਓ ਤੋ ਤਾਰੇ।
लेखा छोड़ अलेखै छुट है, हम निर्गुण लेहो अवारी। ये समर्थ गुरु किरपा कर देंदा है। अपने आप नूं भागां वाले समझिए कि साडे सतगुरु धन गुरु ग्रंथ साहिब महाराज दसां पातशाह दी जोत, साडे पिता धन गुरु गोबिंद सिंह महाराज, साडी माता माता साहिब कौर है। हर अमरधारी माई भाई दसों पातशाह गुरु गोबिंद सिंह महाराज ते माता साहिब को दे धीआं पुत्र हैं। धन गुरु ग्रंथ साहिब महाराज जी के असीं सेवक हाँ प्यारिओ। ते ऐसे सतगुरु तुसीं दास तो पहलां सरवण कर रहे सी, धन नानक तेरी वड्डी कमाई। दुनिया दे अंदर समय समय गुरु पीर पकंबर होए ने ते गुरु नानक साहिब गुरु परमेश्वर ते ओ गुरु परमेश्वर गुरु ग्रंथ साहिब दे रूह विच प्यारिओ सदा ही बख्शा कर रहे ने ते सदा ही बख्शा इस दर तो हुंदियां रहणगियां। ऐसे सतगुरु जिहदे दर ते कोई भी आया सद बख्शिंद, देखो वो सदा ही दयाल है, सदा ही बख्शनार है। वो गिनती नहीं करता, गुण अवगुण मेरा किश ना विचार बख्श लिया खिर। सद बख्शिंद सदा मेहरबाना सबना दे आधारी। नानक दास संत पातशाह परियो राख लेहो एहो बारी। इस करके एक दी शरण विच आइए, एक दे हो जाइए। समा लंघदा जांदा है, छे छे औद बिहात है फूटा घट जिओ घट जिओ पानी। तो इस करके जिहड़े रहिंदे स्वास ने अरदास करिए सच्चे पातशाह ये लेखे विच लग जाण। दास कोलों विचारां बेनती करदे कि नहीं नेकां भुल्लां हो गईयां होणगीआं, आप जी ने खिमा करना। वायरल हो गया सी बुखार तो वो 8-10 दिन लग जाते हैं। हुण ठीक है पर अजे वीकनेस जिहड़ी है वो सत्संग जी काफ़ी है। इस करके दास ने कीर्तन विच जोर लगदा ते कुछ आप जी नाल कथा राही बेनतियां कीतियां हन। दूसरी बेनती, बहुत सारियां संगतां जो आने वाले समागम बारे पुछदियां हन ते अगले ऐतवार नूं दीवान तो बाद 4:30 बजे चश्ती मीटिंग है। क्योंकि आप जी सारे जानते हो समय के हालातों नूं करोना बारे कि अजे इकट्ठ जिहड़े नहीं हो सकते, वो सारियां विचारां जिहड़ियां हन गुरमता होएगा तो वो अगले ऐतवार दीवान तो बाद 4:30 बजे मीटिंग है ट्रस्ट दी। उस तो बाद फिर आप जी नूं सारी बेनती जिहड़ी है समागम बारे की जाएगी कि ये समागम जिहड़ा आने वाला है सालाना वो किस तरह ते किवें ते किन्ने दिन जिहड़ा है किन्ना समा रखना है। ये सारियां जिहड़ियां विचारां अगले ऐतवार 4:30 बजे तो बाद होणगियां। फिर आप जी नूं बेनती की गई। एक दूसरी बेनती है, आप जी सारे जानते हो कि देश भर के किसान और खास करके पंजाब के किसान जिहड़े हन भाई जिन्हों अन्नदाता कहा जाता है तो वो किवें सारे किसान जिहड़े हन सड़कों पर आए हुए हैं। क्योंकि उन्हां दे अंदर ये है कि जिहड़े ये जो कुछ किसानां नाल हो रहा है किते ऐसा ना होवे कि किसान तो पहला ही करजाई है। क्योंकि जब आप देखने की हाल है किसान का। यूपी के अंदर एक मीटिंग हुई सी ते उत्थे अपने प्यारे महापुरुष भी सन। हुण जिहड़ी आम गल हुंदी है ना, वो जी किसान तो एक दाना बीजदा जी 100 दाना हो जाता है, आम ही कह देंगे। जिस वेले उत्थे महापुरुषों ने सारा खर्चा कढ़ के दस्या सारे हैरान रह गए। जिहड़ी उत्थे महापुरुषों ने जिथे होर बड़े बड़े फार्मर सन ते खर्चे दसे सन, उत्थे महापुरुषों ने कहा भी आ जिहड़ी जमीन है इहदी कीमत क्यों नहीं पाउंदे,
ये जमीन कोई फ्री मिली है? ਇਹਦਾ कीमत पाओ भी इन्नी कीमत की जमीन है तो फिर ਉਹਦਾ ਵਿਆਜ ਲਾਓ। ਸਾਰੇ हैरान हो गए। ਅਸੀਂ तो उं ही लाने ना भी खेत एक खेत चो इन्ना आ जाता, खेत होणगे तो तां ही आएगा। वो खेतों की कीमत की है? इस तरह जो किसान है, क्योंकि किसानों जिहड़ा वड्डा खदशा है कि जे मंडियां बंद हो गई MSP तो भाई अगों थोड़ा समा तो साडे नाल जिहड़ा होना भी सही है, बाद पता नहीं की होना है। क्योंकि आ मक्की है, गन्ना है, आलू ने। अब मक्की का रेट 1800 तो उत्ते है, विक रही है 600 800 नूं। बुरा हाल है। यही हाल मुड़ के दूजिया फसलों का होना। किसान भी किसंत है, अपनी किरत करता। महापुरुष क्या करते भाई, किन्ने महकमे हैं जिहड़े किसान कोलों खांदे है, और पंछी भी खांदे, पंछी जानवर भी। इस करके किसान बेचारे जिहड़े हन वो सच्चे हन। और इन्ने किसान सड़कों तो आने तो बाद भी अजे सेंटर के सिर ते जिउं नहीं सरकी। सेंटर सरकार नूं चाहीदा किसानां दी गल सुननी। और क्योंकि दास दा ते शरीर भी ठीक नहीं सी, इस करके जिन्ना चिर आप ठीक नहीं किसी नूं की कह सकदा। और संत महापुरुष सारे किसानां दे नाल की किसान हन, असीं खुद किसान हाँ प्यारिओ। इस करके हर समय किसानां दे नाल हन संत। क्योंकि महापुरुष आप यूपी दे अंदर किवें अगे हो के हर थां साथ देंदे सी। जिथे किसानां दी मीटिंग हुंदी सी उत्थे महापुरुष पहुँचते साथ देंदे कि भाई जिहड़ा किसान है। 2-3 मिनट बेनती करांगा, जे किसान गरीब है तो सारा देश गरीब होएगा। जे किसान ठीक है, किसान को 4 पैसे आउणगे, भट्ठेड़े दी ईंटां विकणगियां, सीमेंट वाले दा सीमेंट विकेगा, सरे वाले दा सरे विकेगा, मिस्त्रियां मजदूरां नूं मजदूरी मिलेगी, कपड़े वाले दा कपड़ा विकेगा, गड्डियां विकणगियां, हर चीज़ विकेगी जे किसान दे कोल 4 पैसे होणगे। ते प्यारिओ सारे दुकानदार जिहड़े ने करीब किसान दे उत्ते ही प्यारिओ सीमत हन। किसान जिहड़ा है उहदे वास्ते इस करके एक किसान अब जिहड़ी आवाज़ उठा रहे ने प्यारिओ वो सच्ची है। जां 2 लैना पा दो आर्डीनेंस दे विच कि ये मंडियां खत्म नहीं होणगियां भाई, वो तो पाते नहीं गए। वेखो इस करके किसानां विचारिਆਂ ਨੂੰ दुख है कि धोखा ना हो जाए। सो संत समाज किसानां दे नाल नहीं, संत बहुते ही किसान ही हैं करीब प्यारिओ। इस करके साडी तां सेंटर सरकार नूं बेनती है कि भाई किसानां दी सुनो। क्योंकि किसान विचारे जिहड़े सड़कों ते आए हैं वो एवें नहीं, अनपढ़ नहीं हैं। वो ठीक है, सारे किसान पढ़े लिखे नहीं, पर अज दे जिहड़े किसान सब कुछ जानते हैं कि आने वाले टाइम दे विच केवल पंजाब हरियाणा ही नहीं, सारे देश के जिहड़े किसान हैं भाई उन्हां दी जिहड़ी विचार है वो बैठ के सुननी चाहिए है। तो ये मसला जिहड़ा हल होना चाहिए। संत समाज किसानां दे नाल है ताकि हर समय नाल की संत करीब है ही किसान हैं। साडा सब दा फर्ज बनता है। बाकी सारिਆਂ ਨੂੰ भाई बेनती है समागम बारे अगले ऐतवार की मीटिंग के बाद आप जी ਨੂੰ बेनती की जाएगी। क्योंकि जो प्रशासन वालों और दूसरा करोने बारे तुसी सारे ही जानते हो। क्योंकि कई तो कहते है ही नहीं, पर ये जिन्होंने होंदा उन्होंने पता है भी है कि नहीं है। मारे कृपा रखे, सारे राजी रहन, किसी को करोना होवे ना प्यारे, असीं तो यही कहांगे। अब मैं मेरा थोड़ा जिहा सी ढिला होया सी ना, तो वो कईयां नूं होर कुदरती संगत का फिक्र हो जाता भी करोना टैसट कराओ कि फिर ना आ गया होवे। तो है तो फिर टैसट सी वायरल बुखार सीगा, तो हुंदा ही है कुदरती किते ना होवे फिर। क्योंकि हुण शरीर जिहड़ा 68 साल पूरे हो गए, 69 है, विपर सर्जरी भी हुई है, तो बचपन तो लैके शरीर तो काम भी ज़्यादा लिया। तो जिवें नीवें थां नूं पानी आउंदा ना, इस तरह बीमारियां भी छेती आउंदियां। पर उहदे हुक्म च है दो सूख भरा देवनहार और त्याग तो तिसे तत्तार। ये स्वास लेखे लग जान, होइयां बेअंत भुलां दी आप जी ने खिमा करनी। कोटन कोटवार गुरु ग्रंथ साहिब महाराज जी नूं नमस्कार है। आप जी आनंद साहिब सरवण करो, प्यार नाल फतेह बुलाओ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।